ਮੇਰਾ ਵਿਆਹ ਅਮਰ ਨਾਲ ਹੋਇਆ। ਦੋਨੋਂ ਹੀ ਪਰਿਵਾਰ ਵਧੀਆ ਸੀ। ਮੇਰੇ ਪੇਕੇ ਵੀ ਬਹੁਤ ਅਮੀਰ ਸੀ, ਆਪਣਾ ਬਿਜ਼ਨਸ ਸੀ। ਮੇਰੇ ਸਹੁਰੇ ਘਰ ਮੇਰਾ ਘਰਵਾਲਾ ਤੇ ਉਹਨਾਂ ਦਾ ਵੱਡਾ ਭਰਾ ਸੀ, ਯਾਨੀ ਕਿ ਮੇਰਾ ਜੇਠ। ਮੇਰੇ ਜੇਠ ਦੀ ਘਰਵਾਲੀ ਦੀ ਮੌਤ ਮੇਰੇ ਵਿਆਹ ਤੋਂ ਪਹਿਲਾਂ ਹੀ ਹੋ ਗਈ ਸੀ। ਮੈਂ ਜਦੋਂ ਆਪਣੇ ਸਹੁਰੇ ਆਈ ਤਾਂ ਬਹੁਤ ਖੁਸ਼ ਸੀ, ਕਿਉਂਕਿ ਘਰ ਵਿੱਚ ਪਰਮਾਤਮਾ ਦਾ ਦਿੱਤਾ ਸਭ ਕੁਝ ਸੀ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੇਰੀ ਪਹਿਲੀ ਰਾਤ ਨੂੰ ਮੈਨੂੰ ਬਹੁਤ ਜ਼ੋਰ ਦੀ ਚੀਕਾਂ ਦੀ ਆਵਾਜ਼ ਆਉਣ ਲੱਗੀ, ਜਿੱਦਾਂ ਕੋਈ ਕੁੜੀ ਮਦਦ ਲਈ ਪੁਕਾਰ ਰਹੀ ਹੋਵੇ। ਬਹੁਤ ਹੀ ਦਰਦ ਭਰੀ ਆਵਾਜ਼ ਸੀ। ਮੈਂ ਡਰ ਗਈ ਸੀ, ਕਿਉਂਕਿ ਇਹ ਆਵਾਜ਼ ਮੇਰੇ ਜੇਠ ਦੇ ਕਮਰੇ ਵਿੱਚ ਆ ਰਹੀ ਸੀ। ਉਹਨਾਂ ਦਾ ਕਮਰਾ ਸਾਡੇ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਸੀ। ਮੈਂ ਸੋਚਣ ਲੱਗੀ ਕਿ ਇਹ ਆਵਾਜ਼ ਕਿਸ ਦੀ ਹੈ, ਕਿ ਮੇਰੀ ਜਠਾਣੀ ਤਾਂ ਮਰ ਚੁੱਕੀ ਸੀ। ਪਹਿਲਾਂ ਸੋਚਿਆ ਕਿ ਬਾਹਰ ਜਾ ਕੇ ਵੇਖਾਂ, ਫਿਰ ਮੈਂ ਚੁੱਪ ਕਰਕੇ ਬਹਿ ਗਈ, ਕਿਉਂਕਿ ਅੱਜ ਮੇਰੀ ਪਹਿਲੀ ਰਾਤ ਸੀ ਤੇ ਨਵੀਂ ਨਵੇਲੀ ਏਦਾਂ ਕਿੱਦਾਂ ਕਮਰੇ ਵਿੱਚੋਂ ਬਾਹਰ ਜਾਂਦੀ। ਕੁਝ ਸਮੇਂ ਬਾਅਦ ਉਹ ਆਵਾਜ਼ ਆਉਣੀ ਬੰਦ ਹੋ ਗਈ ਤੇ ਬਿਲਕੁਲ ਸ਼ਾਂਤੀ ਹੋ ਗਈ। ਅਮਰ ਗਹਿਰੀ ਨੀਂਦ ਵਿੱਚ ਸੁੱਤੇ ਸੀ। ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ, ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਐਨੀ ਵੱਡੀ ਹਵੇਲੀ ਵਿੱਚ ਮੈਨੂੰ ਡਰ ਲੱਗ ਰਿਹਾ ਸੀ। ਮੈਂ ਇਹੀ ਸੋਚਦੀ ਰਹੀ ਕਿ ਆਖਿਰ ਉਹ ਕੌਣ ਹੈ ਜੋ ਮਦਦ ਲਈ ਪੁਕਾਰ ਰਹੀ ਸੀ। ਮੈਨੂੰ ਇਹੀ ਗੱਲ ਬਾਰ-ਬਾਰ ਚੇਤੇ ਆ ਰਹੀ ਸੀ। ਉਸ ਦੀ ਦਰਦ ਭਰੀ ਆਵਾਜ਼ ਮੇਰੇ ਕੰਨਾਂ ਵਿੱਚ ਹਾਲੇ ਵੀ ਗੂੰਜ ਰਹੀ ਸੀ। ਇਹ ਹਵੇਲੀ ਇੱਕ ਪਿੰਡ ਵਿੱਚ ਸੀ। ਇੰਨੀ ਵੱਡੀ ਹਵੇਲੀ ਮੈਂ ਸੁਪਨੇ ਵਿੱਚ ਹੀ ਦੇਖੀ ਹੋਣੀ। ਮੇਰਾ ਕਮਰਾ ਫੁੱਲਾਂ ਨਾਲ ਇੰਨਾ ਸੋਹਣਾ ਸਜਾਇਆ ਸੀ ਕਿ ਮੈਂ ਬਿਆਨ ਨਹੀਂ ਕਰ ਸਕਦੀ, ਕਿੰਨਾ ਸੋਹਣਾ ਲੱਗ ਰਿਹਾ ਸੀ। ਮੇਰੇ ਸਹੁਰਿਆਂ ਦਾ ਇੱਕ ਬੰਗਲਾ ਸ਼ਹਿਰ ਵਿੱਚ ਵੀ ਸੀ। ਅਸੀਂ ਤਾਂ ਵਿਆਹ ਤੋਂ ਬਾਅਦ ਉੱਥੇ ਹੀ ਰਹਿਣਾ ਸੀ। ਮੈਨੂੰ ਇਹੀ ਸੋਚਦੇ ਪਤਾ ਨਹੀਂ ਕਦੋਂ ਨੀਂਦ ਆ ਗਈ ਅਤੇ ਮੈਂ ਗਹਿਰੀ ਨੀਂਦ ਵਿੱਚ ਸੌਂ ਗਈ। ਜਦੋਂ ਮੇਰੀ ਅੱਖ ਖੁੱਲ੍ਹੀ, ਅਮਰ ਤਿਆਰ ਹੋ ਰਹੇ ਸੀ ਤੇ ਮੈਨੂੰ ਕਹਿੰਦੇ ਕਿ ਤੇਰੇ ਕੱਪੜੇ ਡਰੈਸਿੰਗ ਰੂਮ ਵਿੱਚ ਨੇ, ਉਹੀ ਪਾਉਣਾ। ਮੈਂ ਉੱਠੀ ਤੇ ਨਹਾਉਣ ਤੋਂ ਪਹਿਲਾਂ ਡਰੈਸਿੰਗ ਰੂਮ ਵਿੱਚ ਗਈ। ਉੱਥੇ ਇੰਨਾ ਭਾਰੀ ਸੂਟ ਸੀ, ਬਹੁਤ ਹੀ ਸੋਹਣਾ ਸੀ। ਮੈਂ ਉਸ ਸੂਟ ਨੂੰ ਨਹਾ ਕੇ ਪਾ ਲਿਆ ਅਤੇ ਫਿਰ ਕੁਝ ਕੁੜੀਆਂ ਮੈਨੂੰ ਤਿਆਰ ਕਰਨ ਲਈ ਮੇਰੇ ਕਮਰੇ ਵਿੱਚ ਆ ਗਈਆਂ ਤੇ ਮੈਨੂੰ ਉਹਨਾਂ ਨੇ ਗਹਿਣਿਆਂ ਨਾਲ ਸਜਾ ਦਿੱਤਾ। ਮੈਂ ਬਹੁਤ ਸੋਹਣੀ ਲੱਗ ਰਹੀ ਸੀ। ਜਦੋਂ ਮੈਂ ਤਿਆਰ ਹੋ ਕੇ ਬਾਹਰ ਆਈ, ਮੇਰੇ ਜੇਠ ਨੇ ਮੇਰੀ ਕਹਿ ਕੇ ਨਜ਼ਰ ਉਤਾਰੀ ਕਿ ਇਸ ਦੀ ਨਜ਼ਰ ਉਤਾਰੋ। ਫਿਰ ਬਹੁਤ ਸਾਰੀਆਂ ਔਰਤਾਂ ਮੈਨੂੰ ਵੇਖਣ ਲਈ ਆਈਆਂ। ਮੇਰੇ ਜੇਠ ਨੇ ਕਿਹਾ ਕਿ ਇਹ ਅਮਰ ਦੀ ਘਰਵਾਲੀ ਹੈ, ਇਸ ਹਵੇਲੀ ਦੀ ਮਾਲਕਣ। ਸਾਰੇ ਬਹੁਤ ਖੁਸ਼ ਸੀ। ਅਮਰ ਵੀ ਉਹਨਾਂ ਲੋਕਾਂ ਨਾਲ ਬਹੁਤ ਬਿਜ਼ੀ ਸੀ ਜੋ ਸਾਨੂੰ ਮਿਲਣ ਆ ਰਹੇ ਸੀ। ਬਹੁਤ ਸਾਰੀਆਂ ਰਸਮਾਂ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ। ਗਰਮੀ ਵੀ ਬਹੁਤ ਸੀ। ਅਮਰ ਰਾਤ ਨੂੰ ਹੀ ਕਮਰੇ ਵਿੱਚ ਆਏ ਸੀਗੇ। ਮੈਂ ਬਹੁਤ ਥੱਕ ਗਈ ਸੀ ਅਤੇ ਕੱਪੜੇ ਬਦਲ ਕੇ ਬੈੱਡ 'ਤੇ ਪੈ ਗਈ। ਅਮਰ ਨੇ ਮੈਨੂੰ ਕਿਹਾ ਕਿ ਕੀ ਗੱਲ ਥੱਕ ਗਈ ਹੈ? ਮੈਂ ਕਿਹਾ ਕਿ ਮੈਨੂੰ ਇੰਨੇ ਗਹਿਣੇ, ਇੱਦਾਂ ਦੇ ਭਾਰੇ ਕੱਪੜੇ ਪਾਉਣ ਦੀ ਆਦਤ ਨਹੀਂ ਹੈ, ਮੇਰਾ ਦਮ ਘੁੱਟਦਾ ਹੈ। ਆਪਾਂ ਕਦੋਂ ਸ਼ਹਿਰ ਜਾਣਾ ਹੈ? ਤਾਂ ਅਮਰ ਨੇ ਕਿਹਾ ਕਿ ਹਾਲੇ ਤਾਂ ਮੁਸ਼ਕਲ ਹੈ, ਮੈਂ ਕੋਸ਼ਿਸ਼ ਕਰਦਾ ਹਾਂ। ਮੈਂ ਉਸ ਨੂੰ ਨੀਂਦ ਵਿੱਚ ਹੀ ਕਿਹਾ ਕਿ ਮੈਂ 2 ਦਿਨ ਤੋਂ ਜ਼ਿਆਦਾ ਨਹੀਂ ਰਹਿਣਾ। ਅਮਰ, ਮੈਨੂੰ ਇੱਥੋਂ ਦਾ ਰਹਿਣ ਸਹਿਣ ਬਹੁਤ ਔਖਾ ਲੱਗਦਾ ਹੈ ਤੇ ਮੇਰਾ ਦਮ ਘੁੱਟਦਾ ਹੈ। ਉਹ ਬੈੱਡ 'ਤੇ ਬੈਠਾ ਕੁਝ ਸੋਚ ਰਿਹਾ ਸੀ ਤੇ ਮੈਨੂੰ ਨੀਂਦ ਆ ਗਈ। ਮੇਰੀ ਅੱਖ ਰਾਤ ਨੂੰ ਉਸੇ ਟਾਈਮ ਚੀਕਾਂ ਦੇ ਸ਼ੋਰ ਨਾਲ ਖੁੱਲ੍ਹੀ। ਮੈਂ ਅਮਰ ਨੂੰ ਉਠਾਇਆ ਕਿ ਜਲਦੀ ਉੱਠੋ। ਅਮਰ ਨੂੰ ਮੈਂ ਕਿਹਾ ਕਿ ਚੀਕਾਂ ਦੀ ਆਵਾਜ਼ ਕਿੱਥੋਂ ਆ ਰਹੀ ਹੈ। ਅਮਰ ਨੇ ਕਿਹਾ, ਮੈਨੂੰ ਤਾਂ ਕੁਝ ਸੁਣਾਈ ਨਹੀਂ ਰਿਹਾ। ਮੈਂ ਕਿਹਾ, ਇੱਦਾਂ ਕਿਵੇਂ ਹੋ ਸਕਦਾ ਹੈ ਕਿ ਤੁਹਾਨੂੰ ਕੁਝ ਸੁਣਾਈ ਹੀ ਨਹੀਂ ਦੇ ਰਿਹਾ? ਮੈਂ ਬਹੁਤ ਡਰ ਗਈ ਸੀ। ਮੈਂ ਸੋਚਿਆ ਕਿਤੇ ਭੂਤ ਤਾਂ ਨਹੀਂ? ਮੈਨੂੰ ਭੂਤਾਂ ਤੋਂ ਬਹੁਤ ਡਰ ਲੱਗਦਾ ਸੀ। ਅਗਲੀ ਸਵੇਰ ਮੈਂ ਅਮਰ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਵਾਪਿਸ ਸ਼ਹਿਰ ਜਾਣਾ ਹੈ। ਉਸਨੇ ਕਿਹਾ ਕਿ ਹਵੇਲੀਆਂ ਵਿੱਚ ਥੋੜ੍ਹਾ ਬਹੁਤ ਸਾਏ ਹੁੰਦੇ ਹਨ, ਉਹ ਸਾਨੂੰ ਕੁਝ ਨਹੀਂ ਕਹਿੰਦੇ, ਉਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਅਸੀਂ ਨਾਸ਼ਤੇ ਲਈ ਗਏ। ਮੇਰਾ ਜੇਠ ਵੀ ਨਾਸ਼ਤਾ ਕਰ ਰਿਹਾ ਸੀ। ਹਵੇਲੀ ਵਿੱਚ ਉਹਨਾਂ ਨੂੰ ਪਾਪਾ ਵਾਂਗ ਰੁਤਬਾ ਦਿੰਦੇ ਸੀ। ਅਮਰ ਉਹਨਾਂ ਤੋਂ ਬਹੁਤ ਡਰਦਾ ਸੀ। ਉਹ ਅਮਰ ਨੂੰ ਪੁੱਛਣ ਲੱਗੇ, ਸ਼ਹਿਰ ਵਾਪਿਸ ਕਦੋਂ ਜਾ ਰਹੇ ਹੋ? ਸਵੇਰੇ ਹੀ ਸ਼ਹਿਰ ਜਾਓ, ਕੰਮ-ਕਾਰ ਵੇਖੋ ਉੱਥੇ ਕੀ ਚੱਲਦਾ ਹੈ। ਅਮਰ ਨੇ ਕਿਹਾ ਕਿ ਦੇਖਦਾ ਹਾਂ ਕਦੋਂ ਜਾਣਾ ਹੈ। ਮੇਰੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਿ ਸ਼ੁਕਰ ਹੈ ਅਸੀਂ ਸ਼ਹਿਰ ਜਾ ਰਹੇ ਹਾਂ। ਮੈਂ ਜਲਦੀ ਨਾਲ
ਨਾਸ਼ਤਾ ਕੀਤਾ ਅਤੇ ਖੜੀ ਹੋ ਗਈ। ਮੇਰੇ ਜੇਠ ਨੇ ਕਿਹਾ ਕਿ ਬੇਟਾ ਤੁਸੀਂ ਨਾਸ਼ਤਾ ਚੰਗੀ ਤਰ੍ਹਾਂ ਕਿਉਂ ਨਹੀਂ ਕੀਤਾ? ਤਾਂ ਮੈਂ ਕਿਹਾ ਕਿ ਮੈਂ ਆਪਣੀ ਤੇ ਅਮਰ ਦੀ ਪੈਕਿੰਗ ਸ਼ੁਰੂ ਕਰਨੀ ਹੈ। ਮੇਰੇ ਜੇਠ ਨੇ ਅਮਰ ਵੱਲ ਵੇਖਿਆ ਤੇ ਕਿਹਾ, ਕੀ ਤੂੰ ਬਹੂ ਨੂੰ ਨਹੀਂ ਦੱਸਿਆ ਕਿ ਤੂੰ ਸ਼ਹਿਰ ਇਕੱਲਾ ਜਾ ਰਿਹਾ ਹੈ? ਸਾਡੇ ਘਰ ਦੀਆਂ ਬਹੂਆਂ ਹਵੇਲੀ ਵਿੱਚੋਂ ਬਾਹਰ ਨਹੀਂ ਜਾਂਦੀਆਂ। ਅਮਰ ਨੇ ਕਿਹਾ, ਮੈਂ ਦੱਸਣਾ ਭੁੱਲ ਗਿਆ ਅਤੇ ਮੈਂ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਆ ਗਈ। ਅਮਰ ਵੀ ਮੇਰੇ ਪਿੱਛੇ ਕਮਰੇ ਵਿੱਚ ਆ ਗਿਆ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਝੂਠ ਬੋਲਿਆ ਕਿ ਆਪਾਂ ਵਿਆਹ ਤੋਂ ਬਾਅਦ ਸ਼ਹਿਰ ਰਹਾਂਗੇ। ਮੈਂ ਇੱਥੇ ਤੇਰੇ ਬਿਨਾਂ ਨਹੀਂ ਰਹਿਣਾ। ਮੈਨੂੰ ਚੀਕਾਂ ਤੋਂ ਡਰ ਲੱਗਦਾ, ਮੈਂ ਮਰ ਜਾਣਾ ਡਰ ਦੇ ਮਾਰੇ। ਅਮਰ ਕਹਿੰਦਾ, ਕੁਝ ਚਿਰ ਇੱਥੇ ਰਹਿ ਲਈ, ਜਿਵੇਂ ਇੱਥੇ ਰਹਿੰਦੇ ਹਨ, ਫਿਰ ਮੈਂ ਤੈਨੂੰ ਨਾਲ ਲੈ ਕੇ ਜਾਊਂ। ਮੈਂ ਕਿਹਾ, ਇਸ ਘਰ ਵਿੱਚ ਮੈਂ ਇਕੱਲੀ ਨਹੀਂ ਰਹਿਣਾ, ਮੈਨੂੰ ਬਹੁਤ ਡਰ ਲੱਗਦਾ ਹੈ। ਉਸਨੇ ਕਿਹਾ, ਕੀ ਤੂੰ ਅੰਦਰੋਂ ਕਮਰੇ ਨੂੰ ਲੌਕ ਲਾ ਕੇ ਸੌਂਈ? ਮੈਂ ਉਸਨੂੰ ਫੇਰ ਕਿਹਾ ਕਿ ਨਹੀਂ। ਉਸਨੇ ਮੈਨੂੰ ਕਿਹਾ ਕਿ ਮੈਂ ਭਾਈ ਸਾਹਿਬ ਨਾਲ ਗੱਲ ਕਰਕੇ ਤੇਰੇ ਲਈ ਇੱਕ ਨੌਕਰਾਣੀ ਰੱਖ ਦਿੰਦਾ ਹਾਂ, ਜੋ ਇਸ ਕਮਰੇ ਵਿੱਚ ਤੇਰੇ ਨਾਲ ਸੌਂਵੇਗੀ। ਅਮਰ ਸ਼ਾਮ ਨੂੰ ਸ਼ਹਿਰ ਲਈ ਚੱਲੇ ਅਤੇ ਰਾਤ ਨੂੰ ਉਹ ਨੌਕਰਾਣੀ ਮੇਰੇ ਕਮਰੇ ਵਿੱਚ ਸੌਂ ਗਈ, ਪਰ ਉਹ ਜ਼ਮੀਨ 'ਤੇ ਪਈ ਪਾਸੇ ਮਾਰ ਰਹੀ ਸੀ। ਲੱਗਦਾ ਸੀ ਜਿਵੇਂ ਉਹਨੂੰ ਵੀ ਉਹ ਚੀਕਾਂ ਸੁਣਦੀਆਂ ਹੋਣ। ਜਦੋਂ ਉਸ ਨੂੰ ਮੈਂ ਪੁੱਛਿਆ ਤਾਂ ਉਸਨੇ ਮੇਰੇ ਅੱਗੇ ਹੱਥ ਜੋੜ ਦਿੱਤੇ। ਮੈਨੂੰ ਇਹ ਗੱਲ ਬੜੀ ਅਜੀਬ ਲੱਗੀ। ਮੈਨੂੰ ਨਹੀਂ ਪਤਾ ਬੀਬੀ ਜੀ। ਮੈਨੂੰ ਪਤਾ ਸੀ ਕਿ ਉਹ ਕੁਝ ਲੁਕਾ ਰਹੀ ਸੀ ਮੇਰੇ ਕੋਲੋਂ, ਪਰ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਿਰ ਕੀ ਗੱਲ ਹੈ। ਕੌਣ ਹੈ ਉਹ ਜੋ ਚੀਕਾਂ ਮਾਰਦੀ ਹੈ? ਇੱਕ ਦਿਨ ਮੈਂ ਸੌਂ ਰਹੀ ਸੀ ਤੇ ਮੇਰੇ ਕੰਨਾਂ ਵਿੱਚ ਫੇਰ ਉਹੀ ਆਵਾਜ਼ਾਂ ਆ ਰਹੀਆਂ ਸਨ। ਮੈਂ ਉੱਠੀ ਤੇ ਦਰਵਾਜ਼ਾ ਖੋਲ੍ਹਿਆ। ਆਵਾਜ਼ ਉੱਪਰ ਦੇ ਕਮਰੇ ਤੋਂ ਆ ਰਹੀ ਸੀ। ਮੈਂ ਹੌਲੀ-ਹੌਲੀ ਦੱਬੇ ਪੈਰੀਂ ਗਈ। ਉਹ ਆਵਾਜ਼ ਤਾਂ ਮੇਰੇ ਜੇਠ ਦੇ ਕਮਰੇ ਵਿੱਚੋਂ ਆ ਰਹੀ ਸੀ। ਮੈਂ ਇਹ ਸੋਚ ਕੇ ਬਹੁਤ ਹੈਰਾਨ ਹੋਈ, ਪਰ ਉਹਨਾਂ ਦੀ ਘਰਵਾਲੀ ਨਹੀਂ ਸੀ ਤੇ ਉਹਨਾਂ ਨੇ ਦੂਜਾ ਵਿਆਹ ਵੀ ਨਹੀਂ ਕੀਤਾ ਸੀ। ਫਿਰ ਇਹ ਕੌਣ ਸੀ? ਕਿਸ ਦੀਆਂ ਚੀਕਾਂ ਸੀ? ਮੈਂ ਛੋਟੇ ਜਿਹੇ ਚਾਬੀ ਵਾਲੇ ਹੋਲ ਵਿੱਚੋਂ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉੱਥੇ ਤਾਂ 15 ਸਾਲ ਦੀ ਕੁੜੀ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ। ਮੇਰੇ ਤੋਂ ਨਾ ਦੇਖਿਆ ਗਿਆ। ਮੈਂ ਆਪਣੇ ਕਮਰੇ ਵਿੱਚ ਆ ਗਈ, ਪਰ ਮੈਨੂੰ ਨੀਂਦ ਨਹੀਂ ਆਈ। ਮੈਨੂੰ ਆਪਣੇ ਜੇਠ ਤੋਂ ਨਫ਼ਰਤ ਹੋ ਗਈ ਸੀ। ਮੈਂ ਉਹਨਾਂ ਦੀ ਕਿੰਨੀ ਇੱਜ਼ਤ ਕਰਦੀ ਸੀ। ਸਾਰਾ ਪਿੰਡ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ। ਮੈਂ ਸਵੇਰੇ ਨਾਸ਼ਤਾ ਵੀ ਨਹੀਂ ਕੀਤਾ, ਮੇਰਾ ਮਨ ਨਹੀਂ ਸੀ। ਮੈਂ ਅਮਰ ਨੂੰ ਫੋਨ ਕੀਤਾ, ਉਸ ਨੂੰ ਇੱਕ ਗੱਲ ਦੱਸੀ। ਉਹ ਵੀ ਹੈਰਾਨ ਹੋ ਗਿਆ। ਉਸਨੇ ਕਿਹਾ, ਮੈਨੂੰ ਕੁਝ ਨਹੀਂ ਪਤਾ ਇਸ ਬਾਰੇ। ਮੈਂ ਆਪਣੀ ਸਾਰੀ ਪੜ੍ਹਾਈ ਬਾਹਰ ਕੀਤੀ ਹੈ। ਜੇਕਰ ਕਦੀ ਮੈਂ ਘਰ ਆਇਆ ਵੀ ਤੇ ਮੈਨੂੰ ਇਹ ਕਿਹਾ ਗਿਆ, ਇਹ ਕੁਝ ਸਾਏ ਨੇ ਪਰ ਨੁਕਸਾਨ ਨਹੀਂ ਕਰਦੇ। ਅਮਰ ਨੇ ਕਿਹਾ ਕਿ ਮੈਂ ਆ ਰਿਹਾ ਹਾਂ, ਤੂੰ ਡਰ ਨਾ। ਉਸ ਰਾਤ ਆਪਣੇ ਮੋਬਾਈਲ ਤੋਂ ਵੀਡੀਓ ਬਣਾ ਲਈ ਸੀ। ਮੈਂ ਬਿਮਾਰ ਹੋਣ ਦਾ ਦਿਖਾਵਾ ਕੀਤਾ। ਇੰਨੇ ਨੂੰ ਅਮਰ ਆ ਗਏ ਤੇ ਕਹਿਣ ਲੱਗੇ ਕਿ ਇਸ ਨੂੰ ਸ਼ਾਇਦ ਡਾਕਟਰ ਨੂੰ ਦਿਖਾਉਣਾ ਪੈਣਾ, ਕਿਉਂਕਿ ਪਿੰਡ ਵਿੱਚ ਇਸ ਨੂੰ ਦਵਾਈ ਨਹੀਂ ਲੱਗਣੀ। ਸਾਨੂੰ ਇਜਾਜ਼ਤ ਮਿਲੀ। ਅਸੀਂ ਦੋਨੋਂ ਸ਼ਹਿਰ ਲਈ ਚਲੇ ਗਏ। ਅਸੀਂ ਸ਼ਹਿਰ ਪੁੱਜ ਕੇ ਪੁਲਿਸ ਦੀ ਮਦਦ ਨਾਲ ਪਿੰਡ ਪਹੁੰਚੇ ਤੇ ਮੇਰੇ ਜੇਠ ਤੇ ਉਹ ਸਾਰੇ ਨੌਕਰ ਜੋ ਸਾਥ ਦਿੰਦੇ ਸਨ, ਸਭ ਫੜੇ ਗਏ। ਸਭ ਨੂੰ ਪੁਲਿਸ ਫੜ ਕੇ ਲੈ ਗਈ। ਅਸੀਂ ਹੁਣ ਸ਼ਹਿਰ ਵਿੱਚ ਰਹਿਣ ਲੱਗੇ ਤੇ ਬਹੁਤ ਖੁਸ਼ ਸੀ, ਪਰ ਉਹ ਚੀਕਾਂ ਮੈਨੂੰ ਹੁਣ ਵੀ ਚੇਤੇ ਨੇ। ਪਰ ਖੁਸ਼ੀ ਹੈ ਕਿ ਮੈਂ ਉਹਨਾਂ ਮਾਸੂਮ ਕੁੜੀਆਂ ਨੂੰ ਬਚਾ ਸਕੀ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਨੂੰ ਲਾਈਕ ਜ਼ਰੂਰ ਕਰਿਆ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ ਕੁਝ ਇੱਦਾਂ ਦੀ ਹੀ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਆਪਣਾ ਤੇ ਆਪਣੇ ਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।